ਇਹ ਅਸੀਂ ਇਹੀ ਸਰਕਾਰ ਤੋਂ ਇੱਕ ਕੁਐਸਚਨ ਆ ਪੁੱਛਣ ਵਾਲਾ ਵੀ ਦੱਸੋ ਇਹਨੂੰ ਕਰੀਏ ਤਾਂ ਅਸੀਂ ਕਿੱਧਰ ਜਾਈਏ। ਪਰ ਅੱਜ ਮੌਜੂਦਾ ਹਾਲਾਤ ਇਹ ਹੈ, ਉਸ ਜਗ੍ਹਾ ਦੇ ਦੁਆਰਾ ਜੋ ਮੱਕੀ ਵੱਢੀ ਗਈ ਹੈ ਉਸੇ ਮੱਕੀ ਨੂੰ ਜਗ੍ਹਾ ਦੇ ਦੁਆਰਾ ਮੱਕੀ ਬੀਜੀ ਜਾ ਰਹੀ ਹੈ। 2 ਟਰੈਕਟਰ ਚੱਲ ਰਹੇ ਆ, ਅਸੀਂ ਬੰਦੇ ਭੇਜ ਕੇ ਵੀਡੀਓ ਬਣਾ ਕੇ ਲੈ ਕੇ ਆਏ ਮੌਜੂਦਾ ਹਾਲਾਤ ਉੱਥੇ। ਪਰ ਅੰਦਰੋਂ ਸਾਹਿਬ ਦਾ ਜਵਾਬ ਇਹ ਸੀ ਵੀ ਤੁਹਾਡਾ ਸੁਪਰੀਮ ਕੋਰਟ ਦੇ ਵਿੱਚ ਕੋਰਟ ਚੱਲ ਰਿਹਾ, ਸੁਪਰੀਮ ਕੋਰਟ ਨਾਲ ਪ੍ਰੋਪਰਟੀ ਅਟੈਚ ਆ। ਉਹ ਅਟੈਚ ਹੈਗੀ ਆ, ਪਰ ਜਿਹੜਾ ਉੱਥੇ ਕਬਜ਼ਾ ਕਰੀ ਫਸਲ 70 ਕਿੱਲੇ ਦੀ ਫਸਲ ਦੀ ਆਮਦਨ ਖਾ ਰਿਹਾ ਉਹ ਕੌਣ ਹੈ? ਉਹ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਸਾਨੂੰ ਸਪਸ਼ਟ ਜਵਾਬ ਨਹੀਂ ਦੇ ਸਕਿਆ। 35 ਕਿੱਲੇ ਫਸਲ ਦੇ ਲਗਭਗ ਉਹ ਚੋਰੀ ਹੋ ਗਏ ਆ, ਜਿਹੜੀ ਮੱਕੀ 70 ਕਿੱਲੇ ਵੱਢੀ ਗਈ ਸੀਗੀ। ਉਸ ਦੇ ਪਿੱਛੇ ਪੋਲੀਟੀਕਲ ਰਾਜਨੀਤਿਕ ਲੋਕਾਂ ਦਾ ਹੱਥ ਹੈ। ਗੁਨਾਹਗਾਰ ਬੰਦੇ ਨੂੰ ਕਬਜ਼ਾਧਾਰੀ ਨੂੰ ਕਦੀ ਬੁਲਾ ਕੇ ਪੁੱਛਿਆ ਤੱਕ ਨਹੀਂ ਜਾਂਦਾ ਵੀ ਪਤਾ ਨਹੀਂ ਕੀ ਹੈ, ਵੀ ਇਹਦੇ ਮਗਰ ਕਿਹੜਾ ਨੈਕਸਸ ਚੱਲ ਰਿਹਾ ਵਾ। ਪਹਿਲਾਂ ਕਹਿੰਦੇ ਸੀ ਵੀ ਭਾਈ ਜਦੋਂ ਆਪਾਂ ਸਰਕਾਰ ਬਣਾਈ ਵੀ ਆਪਾਂ ਆਮ ਆਦਮੀ ਸਰਕਾਰ ਬਣਾਈਏ, ਆਮ ਆਦਮੀ ਦੀ ਸਰਕਾਰ ਬਣਾਈਏ, ਆਪਾਂ ਉਹਨਾਂ ਦੋਵਾਂ ਨੂੰ ਪਰਖ ਲਿਆ ਵਾ 70 ਸਾਲ, ਇਹਨਾਂ ਨੂੰ ਮੌਕਾ ਦੇਈਏ। ਅੱਜ ਉਹ ਸਾਡੇ ਮੂੰਹ ਤੇ ਚਪੇੜਾਂ ਮਾਰਦੇ ਲੋਕ, ਉਹ ਸਾਨੂੰ ਬੋਲਣ ਤੋਂ ਮਜਬੂਰ, ਕਹਿੰਦੇ ਲੈ ਲਿਆ ਸਵਾਦ ਹੁਣ ਤੁਸੀਂ। ਪ੍ਰਾਈਮ ਜੀ ਤੁਹਾਡਾ ਸਵਾਗਤ ਹੈ ਜੀ। ਮੈਂ ਜਸਵਿੰਦਰ ਸਿੰਘ ਡਾਂਗੀਆਂ। ਦੋਸਤੋ, ਪਰਲ ਕੰਪਨੀ ਦੇ ਨਿਵੇਸ਼ਕ ਲਗਾਤਾਰ ਆਪਣਾ ਪੈਸਾ ਵਾਪਸ ਲੈਣ ਦੀ ਖਾਤਰ ਸੰਘਰਸ਼ ਕਰ ਰਹੇ ਨੇ। ਅੱਜ ਪਰਲ ਕੰਪਨੀ ਦੇ ਨਿਵੇਸ਼ਕ ਐਸਐਸਪੀ ਜਗਰਾਉਂ ਨੂੰ ਇੱਥੇ ਮਿਲੇ ਨੇ ਤੇ ਮੰਗ ਪੱਤਰ ਦਿੱਤਾ ਗਿਆ ਵਾ। ਸੋ ਕੀ ਗੱਲਬਾਤ ਹੋਈ ਆ, ਆਪਾਂ ਗੱਲਬਾਤ ਕਰਦੇ ਆ ਉਹਨਾਂ ਨਿਵੇਸ਼ਕਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਅੰਦਰ ਕੀ ਗੱਲਬਾਤ ਹੋਈ ਐਸਐਸਪੀ ਨਾਲ? ਅੱਜ ਤੁਸੀਂ ਪਰਲ ਕੰਪਨੀ ਦੇ ਨਿਵੇਸ਼ਕ ਜੋ ਇਕੱਠੇ ਹੋਏ ਹੋ, ਕੀ ਕਾਰਨ ਸੀਗਾ? ਅਸੀਂ ਕਾਫੀ ਦਿਨਾਂ ਤੋਂ ਜੋ ਮੁੱਲਾਂਪੁਰ ਭਨੋੜ ਪਿੰਡ ਦੇ ਵਿੱਚ ਜ਼ਮੀਨ ਦੇ ਉੱਤੇ ਫਸਲ ਕੱਟੀ ਜਾ ਰਹੀ ਆ, ਪਹਿਲਾਂ ਵੀ ਅਸੀਂ ਉਹ ਜਗ੍ਹਾ 'ਤੇ ਜਾ ਕੇ ਉਹ ਬੰਦੇ ਨੂੰ ਪੁੱਛਿਆ ਗਿਆ ਵੀ ਕੌਣ ਵਜਾਉਂਦਾ, ਕੌਣ ਬੀਜਦਾ ਇਹਦੇ ਵਿੱਚ। ਉਹਨਾਂ ਨੇ ਸਾਨੂੰ ਕੋਈ ਰਾਹ ਪਤਾ ਦਿੱਤਾ। ਉੱਥੇ ਜਦੋਂ ਵੀ ਫਸਲ ਚੋਰੀ ਵੱਢੀ ਗਈ ਆ, 35 ਕਿੱਲੇ ਫਸਲ ਦੇ ਲਗਭਗ ਉਹ ਚੋਰੀ ਹੋ ਗਏ ਆ, ਜਿਹੜੀ ਮੱਕੀ 70 ਕਿੱਲੇ ਵੱਢੀ ਗਈ ਸੀਗੀ। ਉਸ ਦੇ ਪਿੱਛੇ ਪੋਲੀਟੀਕਲ ਰਾਜਨੀਤਿਕ ਲੋਕਾਂ ਦਾ ਹੱਥ ਹੈ। ਪੁਲਿਸ ਪ੍ਰਸ਼ਾਸਨ ਚੁੱਪ ਹੈ, ਕੁਝ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ। ਅਸੀਂ 2-3 ਵਾਰੀ ਪਹਿਲਾਂ ਵੀ ਦਰਖਾਸਤ ਦੇ ਚੁੱਕੇ ਹਾਂ, ਪਰ ਅੱਜ ਮੌਜੂਦਾ ਹਾਲਾਤ ਇਹ ਹੈ, ਉਸ ਜਗ੍ਹਾ ਦੇ ਦੁਆਰਾ ਜੋ ਮੱਕੀ ਵੱਢੀ ਗਈ ਹੈ ਉਸੇ ਮੱਕੀ ਨੂੰ ਜਗ੍ਹਾ ਦੇ ਦੁਆਰਾ ਮੱਕੀ ਬੀਜੀ ਜਾ ਰਹੀ ਹੈ। 2 ਟਰੈਕਟਰ ਚੱਲ ਰਹੇ ਆ, ਅਸੀਂ ਬੰਦੇ ਭੇਜ ਕੇ ਵੀਡੀਓ ਬਣਾ ਕੇ ਲੈ ਕੇ ਆਏ ਮੌਜੂਦਾ ਹਾਲਾਤ ਉੱਥੇ। ਪਰ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਆ, ਬੇਨਤੀ ਕੀਤੀ ਆ ਵੀ ਉੱਥੇ ਆਹ ਹਾਲਾਤ ਚੱਲ ਰਹੇ ਆ, ਪਰ ਅੰਦਰੋਂ ਸਾਹਿਬ ਦਾ ਜਵਾਬ ਇਹ ਸੀ ਵੀ ਤੁਹਾਡਾ ਸੁਪਰੀਮ ਕੋਰਟ ਦੇ ਵਿੱਚ ਕੋਰਟ ਚੱਲ ਰਿਹਾ, ਸੁਪਰੀਮ ਕੋਰਟ ਨਾਲ ਪ੍ਰੋਪਰਟੀ ਅਟੈਚ ਆ। ਉਹ ਅਟੈਚ ਹੈਗੀ ਆ, ਪਰ ਜਿਹੜਾ ਉੱਥੇ ਕਬਜ਼ਾ ਕਰੀ ਫਸਲ 70 ਕਿੱਲੇ ਦੀ ਫਸਲ ਦੀ ਆਮਦਨ ਖਾ ਰਿਹਾ ਉਹ ਕੌਣ ਹੈ? ਉਹ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਸਾਨੂੰ ਸਪਸ਼ਟ ਜਵਾਬ ਨਹੀਂ ਦੇ ਸਕਿਆ ਵੀ ਉੱਥੇ ਕਿਹੜਾ ਬੰਦਾ ਰਾਜਨੀਤਿਕ ਲੀਡਰ ਹੈ ਜਿਹੜਾ ਉਹ ਉੱਥੇ ਪਿੱਛੇ ਆ ਉਹਦੇ। ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੀ ਇਹ ਮੰਗ ਕਰਦੇ ਹਾਂ ਵੀ ਕਿੰਨਾ ਚਿਰ ਅਸੀਂ ਦਰ ਪ੍ਰਸ਼ਾਸਨ ਦੀਆਂ ਠੋਕਰਾਂ ਖਾਈ ਜਾਵਾਂਗੇ। ਜੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੰਦੇ ਆ, ਐਪਲੀਕੇਸ਼ਨ ਦਿੰਦੇ ਆ, ਉਹ ਦੁਆਰਾ ਸਾਨੂੰ ਹੀ ਬੁਲਾ ਕੇ ਸਾਡੇ ਗੇੜੇ ਲਵਾਈ ਜਾਂਦੇ ਆ। ਜਿਹੜਾ ਬੰਦਾ ਕਬਜ਼ਾ ਕਰਕੇ ਉੱਥੋਂ ਫਸਲ ਕੱਟੀ ਜਾ ਰਿਹਾ ਸ਼ਰੇਆਮ, ਉਹਨੂੰ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ। ਇਹਦੇ ਪਿੱਛੇ ਕੀ ਆ, ਇਹਦੀ ਇਨਕੁਆਇਰੀ ਕੌਣ ਕਰੇ? ਇਹ ਅਸੀਂ ਇਹੀ ਸਰਕਾਰ ਤੋਂ ਇੱਕ ਕੁਐਸਚਨ ਆ ਪੁੱਛਣ ਵਾਲਾ ਵੀ ਦੱਸੋ ਇਹਨੂੰ ਕਰੀਏ ਤਾਂ ਅਸੀਂ ਕਿੱਧਰ ਜਾਈਏ ਜੀ। ਪ੍ਰਸ਼ਾਸਨ ਦੱਸ ਚੁੱਕੇ ਆ, ਉਹ ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ ਜੀ, ਪ੍ਰਸ਼ਾਸਨ ਦੇ ਹੱਥ ਖੜੇ ਆ। ਅਸੀਂ ਅੱਜ ਇਹੀ ਮੰਗ ਕਰਦੇ ਆ ਵੀ ਸਾਨੂੰ ਆਮ ਆਦਮੀ ਪਾਰਟੀ ਜੋ ਸਾਡੀ ਆਪ ਦੇ ਹੱਥਾਂ ਨਾਲ ਖੜੀ ਕੀਤੀ ਸੀ, ਉਹਦੇ ਵਰਖਲਾ ਵੀ ਸਾਨੂੰ ਮੁਰਦਾਬਾਦ ਕਹਿਣਾ ਪੈ ਰਿਹਾ। ਗਗੜਾ ਜੀ, ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਵੀ ਕਿਹਾ ਸੀ, ਲਗਾਤਾਰ ਹੁਣ ਵੀ ਜਦੋਂ ਚੋਣਾਂ ਹੋਈਆਂ ਸੀਗੀਆਂ ਉਦੋਂ ਹੀ ਭਗਵੰਤ ਮਾਨ ਨੇ ਕਿਹਾ ਸੀ ਵੀ ਪਰਲ ਕੰਪਨੀ ਦੇ ਨਿਵੇਸ਼ਕ ਉਹਨਾਂ ਦਾ ਪੈਸਾ ਦਬਾਵਾਂਗੇ। ਤੁਹਾਨੂੰ ਕਿਵੇਂ ਲੱਗਦਾ ਵੀ ਜਿਸ ਤਰ੍ਹਾਂ ਹੁਣ ਕੋਰਟ ਕਚਹਿਰੀਆਂ ਦੇ ਚੱਕਰ ਵੀ ਕੱਟ ਰਹੇ ਹੋ, ਪੁਲਿਸ ਦੇ ਚੱਕਰ ਵੀ ਕੱਟ ਰਹੇ ਹੋ, ਪਰ ਕਿਤੇ ਵੀ ਸ਼ਾਇਦ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ, ਤੁਹਾਨੂੰ ਕਿਵੇਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਨਸਾਫ ਮਿਲਣ ਦੀ ਆਸ ਹੈਗੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ, ਆਪ ਜੀ ਦੇ ਚੈਨਲ ਦਾ ਅਤੇ ਤੁਹਾਡੇ ਦਰਸ਼ਕਾਂ ਦਾ, ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਕੈਚ ਕਰਕੇ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਹੀ ਹੁੰਗਾਰਾ ਭਰਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦੂਸਰੀ ਗੱਲ ਜਿਹੜੀ ਤੁਸੀਂ ਸਵਾਲ ਕੀਤੀ ਆ, ਜੋ ਪਿਛਲੇ ਸਮੇਂ ਤੋਂ ਮਤਲਬ ਅਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੇਖਿਆ ਸੀਗਾ ਅਤੇ ਅਸੀਂ ਐਰਕੀ ਮਤਲਬ ਵੀ ਉਹਨਾਂ ਨੂੰ ਨਕਾਰ ਦਿੱਤਾ ਸੀਗਾ। ਸਾਨੂੰ ਆਪ ਮਹਾਰੇ ਹੀ ਮਤਲਬ ਵੀ ਇਸ ਸਰਕਾਰ ਨੂੰ ਚੁਣਨਾ ਪਿਆ, ਮਜਬੂਰੀ ਬਣ ਗਈ ਵੀ ਸਾਨੂੰ ਇਹਨਾਂ ਸਰਕਾਰਾਂ ਤੋਂ ਕੋਈ ਆਸ ਨਹੀਂ।
ਅਸੀਂ ਇਹਨਾਂ ਤੋਂ ਬੜਾ ਹੀ ਇੱਕ ਆਸ ਤੱਕੀ ਸੀ ਵੀ ਸਾਡੀ ਬਾਤ ਸੁਣਨਗੇ, ਪਰ ਸਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਆ ਜਿਹੜੇ 5-6 ਮਹੀਨਿਆਂ ਦੇ ਵਿਚਰ ਕੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਇਹ ਤਾਂ ਉਹਨਾਂ ਨਾਲੋਂ ਵੀ ਗੁਰੂ ਨਿਕਲ ਗਏ, ਇਹ ਤਾਂ ਉਹਨਾਂ ਦੇ ਵੀ ਗੁਰੂ ਨਿਕਲ ਗਏ। ਕਾਲੀਆਂ ਭੇਡਾਂ ਆ ਜਿਹੜੀਆਂ ਇਹਨਾਂ ਨੇ ਉਹੀ ਆਪ ਦੇ ਵਿੱਚ ਫਿੱਟ ਕਰ ਲਈਆਂ। ਮਤਲਬ ਜੋ ਗੱਲਾਂ ਬੋਲੀ ਅਫਸਰ ਵੋਟਾਂ ਲੈਣ ਦੀ ਖਾਤਰ ਰਹਿ ਗਈਆਂ। ਇਹਨਾਂ ਨੇ ਜੋ ਮਤਲਬ ਕਾਂਗਰਸ ਦੇ ਲੀਡਰ ਸੀਗੇ ਉਹ ਸਾਰੇ ਲੁੱਟ ਕਰਨ ਵਾਸਤੇ ਫਿਰ ਇਸ ਕੰਪਨੀ ਪਾਰਟੀ ਦੇ ਵਿੱਚ ਫਿੱਟ ਹੋਏ ਬੈਠੇ ਆ ਤੇ ਉਹ ਉਸੇ ਤਰ੍ਹਾਂ ਆਪਦੀ ਲੁੱਟ ਕਰਦੇ ਪਏ ਆ। ਕੋਈ ਪ੍ਰਸ਼ਾਸਕ ਨਹੀਂ ਸੁਣਦਾ ਹੈਗਾ ਪਬਲਿਕ ਦੀ, ਉਹਨਾਂ ਦੀ ਹੀ ਰਲੀ ਭੁਗਤ ਚੱਲਦੀ ਆ। ਜੇ ਹੁਣ ਗੱਲ ਕਰੀਏ ਅਸੀਂ ਅੱਜ ਦੀ ਗੱਲ, ਅੱਜ ਅਸੀਂ ਫੇਰ ਮਾਨਯੋਗ ਐਸਐਸਪੀ ਸਾਹਿਬ ਨੂੰ ਇੱਥੇ ਐਪਲੀਕੇਸ਼ਨ ਦੇ ਕੇ ਚੱਲੇ ਆ, ਜਿਹੜੀ ਕਿ ਮੁੱਲਾਪੁਰ ਦਾਖਾ ਦੇ ਵਿੱਚ ਪਿੰਡ ਭਨੋੜ ਤੇ ਹਸਨਪੁਰ ਵਿੱਚ 92 ਏਕੜ ਜ਼ਮੀਨ ਆ। ਉਸ ਜ਼ਮੀਨ ਦੀ ਖਾਤਰ ਅਸੀਂ ਪਿਛਲੇ 3 ਸਾਲ ਤੋਂ ਠੋਕਰਾਂ ਖਾ ਰਹੇ ਹਾਂ। ਵਾਰ-ਵਾਰ ਮਾਨਯੋਗ ਐਸਐਸਪੀ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਹਾਂ ਤੇ ਸਾਡੀ ਐਪਲੀਕੇਸ਼ਨ ਦਾ ਰੱਤੀ ਭਰ ਵੀ ਅਸਰ ਨਹੀਂ ਹੁੰਦਾ। ਉਹ ਪਤਾ ਨਹੀਂ ਵੀ ਮਾਰਕ ਕਰ ਦਿੰਦੇ ਆ, ਉਦੋਂ ਅੱਗੇ ਡੀਐਸਪੀ ਦੇ ਟੇਬਲ ਤੋਂ ਕਿੱਥੇ ਜਾਂਦੀ ਹੈ ਤੇ ਕਿੱਥੇ ਨਹੀਂ ਜਾਂਦੀ। ਉਸ ਗੁਨਾਹਗਾਰ ਬੰਦੇ ਨੂੰ, ਕਬਜ਼ਾਧਾਰੀ ਨੂੰ ਕਦੀ ਬੁਲਾ ਕੇ ਪੁੱਛਿਆ ਤੱਕ ਨਹੀਂ ਜਾਂਦਾ ਵੀ ਪਤਾ ਨਹੀਂ ਕੀ ਆ, ਵੀ ਇਹਦੇ ਮਗਰ ਕਿਹੜਾ ਨੈਕਸਸ ਚੱਲ ਰਿਹਾ ਵਾ। ਕੀ ਲੱਗਦਾ ਵੀ ਕੋਈ ਸਿਆਸੀ ਦਬਾਅ ਹੋ ਸਕਦਾ ਇਸ ਚੀਜ਼ ਦਾ? ਵੇਖੋ ਜੀ, ਬਿਲਕੁਲ ਜਦੋਂ ਮਤਲਬ ਵੀ ਉਹ ਬੰਦੇ ਜਿਹੜੇ ਹੈਗੇ ਇਸ ਟਾਈਮ ਕਾਸਟ ਕਰਦੇ ਆ, ਉਹਨਾਂ ਦੀ ਇਹ ਔਕਾਤ ਹੈਗੀ ਆ ਕਿ ਉਹਨਾਂ ਦੇ ਪਿੰਡ ਦਾ ਇੱਕ ਮੈਂਬਰ ਪੰਚਾਇਤ ਵੀ ਆਖੇ ਲੱਗਣ ਵਾਲਾ ਨਹੀਂਗਾ। ਪਰ ਗੱਲ ਇਹ ਆ, ਜਦੋਂ ਹੁਣ ਅਸੀਂ ਜਾ ਕੇ ਉੱਥੇ ਜ਼ਮੀਨ ਦੇ ਵਿੱਚ ਪੁੱਛ ਪੜਤਾਲ ਕਰਦੇ ਹਾਂ ਵੀ ਭਾਈ ਤੁਸੀਂ ਕੀ ਕਰਦੇ ਹੋ, ਵੀ ਕਿਵੇਂ ਕਾਸਟੇ ਕਰੀ ਜਾਂਦੇ ਹੋ, ਤੁਸੀਂ ਇੱਥੇ ਕਬਜ਼ਾ ਕੀਤਾ ਹੈਗਾ ਵਾ, 5 ਮਿੰਟ ਤੋਂ ਪਹਿਲਾਂ ਉੱਥੇ ਐਸਐਚਓ ਤੱਕ ਆਪ ਪਹੁੰਚ ਜਾਂਦਾ, ਪੁਲਿਸ ਪਹੁੰਚ ਜਾਂਦੀ ਆ। ਅਸੀਂ 3 ਸਾਲ ਤੋਂ ਮਾਨਯੋਗ ਐਸਐਸਪੀ ਸਾਹਿਬ ਨੂੰ, ਡੀਆਈਜੀ ਸਾਹਿਬ ਤੱਕ ਵੀ ਅਸੀਂ ਅਪਰੋਚ ਕੀਤੀ ਆ, ਜਦੋਂ ਹਰਦਿਆਲ ਸਿੰਘ ਮਾਨ ਦੇ ਅੰਡਰ ਇੱਥੇ ਇੱਕ ਕਮੇਟੀ ਸੈੱਟ ਬਣੀ ਸੀਗੀ, ਉਹਨਾਂ ਤੱਕ ਵੀ। ਪਰ ਸਾਡੀ ਐਪਲੀਕੇਸ਼ਨ ਦਾ ਜਾਂ ਲੋਕ ਇਕੱਠਿਆਂ ਹੋਇਆਂ ਦਾ ਕੋਈ ਵੀ ਅਸਰ ਨਹੀਂ ਹੁੰਦਾ। ਲੇਕਿਨ ਜਦੋਂ ਅਸੀਂ ਪਹੁੰਚਦੇ ਹਾਂ, ਘੜੀ ਤੋਂ ਵੇਖ ਕੇ 5 ਮਿੰਟ ਨਹੀਂ ਲੱਗਦੇਗੇ ਤੇ ਸਾਨੂੰ ਪਤਾ ਲੱਗਦਾ 5 ਮਿੰਟ ਬਾਅਦ ਪੁਲਿਸ ਆ ਜਾਂਦੀ ਹੈ, ਜਿਹਦੀਆਂ ਵੀਡੀਓ ਸਾਡੇ ਕੋਲ ਰਿਕਾਰਡਿੰਗਾਂ ਹੈਗੀਆਂ ਵਾ। ਅਸੀਂ ਬੋਲ ਕੇ ਵੀ ਕਿਹਾ ਵੀ ਵੇਖੋ ਵੀ ਹੁਣੇ 5 ਮਿੰਟ 'ਚ ਪੁਲਿਸ ਆ ਜਾਊਗੀ, ਉਹੀ ਗੱਲ ਹੋਈ, 5 ਮਿੰਟ ਬਾਅਦ ਪੁਲਿਸ ਆ ਗਈ। ਪੁਲਿਸ ਤਾਂ 5 ਮਿੰਟ ਬਾਅਦ ਪਹੁੰਚ ਜਾਂਦੀ ਹੈ, ਪਰ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜੋ ਤੁਸੀਂ ਦੱਸਦੇ ਹੋ ਵੀ ਕੋਈ ਕਬਜ਼ਾ ਕਰਕੇ ਬੈਠਾ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਜਿਸ ਤਰ੍ਹਾਂ ਅਸੀਂ ਮਤਲਬ ਸਾਨੂੰ ਬੁਲਾਇਆ ਗਿਆ ਇੱਕ ਦਿਨ, ਪੁਲਿਸ ਆ ਗਈ, ਸਾਨੂੰ ਬੁਲਾ ਕੇ ਕਹਿੰਦੇ ਵੀ ਥਾਣੇ ਆ ਜਾਓ। ਅਸੀਂ ਥਾਣੇ ਚਲੇ ਗਏ। ਜਦੋਂ ਅਸੀਂ ਥਾਣੇ ਚਲੇ ਗਏ ਤੇ ਸਾਨੂੰ ਐਸਐਚਓ ਦੀ ਇਹ ਬਿਲਡਿੰਗ ਸੀ ਕਿ ਤੁਸੀਂ ਉੱਥੇ ਨਹੀਂ ਜਾ ਸਕਦੇ, ਤੁਸੀਂ ਉੱਥੇ ਨਹੀਂ ਜਾ ਸਕਦੇ ਤੇ ਤੁਸੀਂ ਪਹਿਲੀ ਤਾਂ ਗੱਲ ਵੀ ਤੁਸੀਂ ਐਪਲੀਕੇਸ਼ਨ ਹੀ ਨਹੀਂ ਦੇ ਸਕਦੇ। ਮੈਂ ਕਿਹਾ ਜੀ ਸਾਡੇ ਕੋਲ ਐਪਲੀਕੇਸ਼ਨ ਦੇਣ ਦਾ ਅਧਿਕਾਰ ਕੋਈ ਨਹੀਂਗਾ। ਤੇ ਉਹ ਬੰਦੇ ਜਿਹੜੇ ਆ, ਉਹ ਜਿਹੜੇ ਉੱਥੇ ਨਜਾਇਜ਼ ਤੌਰ ਤੇ ਖੇਤੀ ਕਰੀ ਜਾਂਦੇ ਆ, ਉਹਨਾਂ ਕੋਲ ਤੁਹਾਡੇ ਕੋਲ ਪੁੱਛਣ ਦਾ ਵੀ ਅਧਿਕਾਰ ਹੈ ਨਹੀਂ, ਤੁਸੀਂ ਪੁੱਛ ਵੀ ਨਹੀਂ ਸਕਦੇ ਉਹਨਾਂ ਨੂੰ। ਉਲਟਾ ਸਾਨੂੰ ਐਸਐਚਓ ਕਹਿੰਦਾ ਵੀ ਮੈਂ ਬਿਨਾਂ ਅਰੈਸਟ ਕੀਤੇ ਤੋਂ ਤੁਹਾਡੇ ਤੇ ਪਰਚਾ ਕਰ ਸਕਦਾ ਵਾਂ। ਸਾਨੂੰ ਧਮਕੀ ਦਿੱਤੀ ਗਈ, ਜਿੱਥੋਂ ਸਾਨੂੰ ਸਾਫ਼ ਸਿੱਧਾ ਹੋ ਗਿਆ ਕਿ ਜਿਹੜਾ ਇੱਥੋਂ ਦਾ ਪ੍ਰਸ਼ਾਸਕ ਲੋਕਲ ਆ ਉਹ ਬਿਲਕੁਲ ਰਲੀ ਭੁਗਤ ਨਾਲ ਕਰ ਰਿਹਾ ਵਾ, ਉਹਨਾਂ ਦੀ ਰਲੀ ਮਿਲੀ ਨਾਲ ਹੁੰਦਾ ਵਾ। ਜਦੋਂ ਪਿਛਲੀ ਵਾਰ ਅਸੀਂ ਐਪਲੀਕੇਸ਼ਨ ਦਿੱਤੀ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਮਾਰ ਕਰਕੇ ਡੀਐਸਪੀ ਦਾਖਾ ਨੂੰ, ਜਿਹੜਾ ਪਹਿਲਾਂ ਡੀਐਸਪੀ ਉਹਨੂੰ ਭੇਜੀ ਸੀ, ਉਹਨੂੰ ਜਾ ਕੇ ਜਦੋਂ ਅਸੀਂ ਆਖਿਆ ਵੀ ਜਾ ਕੇ ਭਾਈ ਸਾਹਿਬ ਰੋਕੋ ਤੇ ਫਸਲ ਬੀਜੀ ਜਾ ਰਹੀ ਆ, ਤੇ ਉਹਨਾਂ ਦੀ ਵਰਡਿੰਗ ਇਹ ਸੀਗੀ ਕਿ ਕੋਈ ਨਹੀਂ ਭਾਈ, ਰਾਤ ਫਸਲ ਜਵਾਨ ਨਹੀਂ ਹੋ ਚੱਲੀ, ਰਾਤ ਫਸਲ ਜਵਾਨ ਨਹੀਂ ਹੋ ਚੱਲੀ, ਵੱਡੀ ਨਹੀਂ ਹੋ ਚੱਲੀ। ਲੇਕਿਨ 3-4 ਮਹੀਨੇ ਫਸਲ ਪੱਕਦੇ ਤੱਕ ਕੋਈ ਉਹਦੀ ਸੁਣਵਾਈ ਨਹੀਂ, ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ। ਜਦੋਂ ਪੱਕਣ ਤੇ ਆਈ ਉਦੋਂ ਅਸੀਂ ਜਾ ਕੇ ਲੋਕ ਇਕੱਠੇ ਕਰਕੇ ਉਹਨਾਂ ਨੂੰ ਪੁੱਛਿਆ, ਘੇਰਾ ਪਾਇਆ, ਐਪਲੀਕੇਸ਼ਨ ਦੇ ਕੇ ਜਾ ਕੇ ਦੱਸਿਆ ਵੀ ਦੱਸੋ ਭਾਈ ਅਸੀਂ ਫਸਲ ਵੱਢਣ ਤੋਂ ਰੋਕਿਆ। ਤੇ ਡੀਐਸਪੀ ਸਾਹਿਬ ਕਹਿੰਦੇ ਵੀ ਜਿਹੜਾ ਫਸਲ ਬੀਜਦਾ ਹੁੰਦਾ ਉਹੀ ਵੱਢਦਾ ਹੁੰਦਾ। ਇਹ ਲੌਜਿਕ ਹੈ, ਇੱਕ ਲੌਜਿਕ ਹੈ ਕਿ ਜਿਹੜਾ ਬੰਦਾ ਫਸਲ ਬੀਜਦਾ ਫਿਰ ਪਰ ਉਹ ਫਸਲ ਬੀਜਣ ਤੋਂ ਪਹਿਲਾਂ ਹੀ ਕਿਉਂ ਨਹੀਂ ਕਾਰਵਾਈ ਕੀਤੀ? ਪਤਾ ਨਹੀਂ ਜੀ, ਇਸੇ ਗੱਲ ਤੋਂ ਸਮਝਦੇ ਮਾਰੇ ਤੇ ਅਸੀਂ ਧੱਕੇ ਖਾਂਦੇ ਫਿਰਦੇ ਹਾਂ। ਅੱਜ ਵੀ ਇਸੇ ਕਰਕੇ ਅਸੀਂ ਆਏ ਹਾਂ। ਅੱਜ ਦੀ ਡੇਟ ਦੇ ਵਿੱਚ, ਅੱਜ ਡੇਟ ਹੈਗੀ ਆ ਜੀ 18/8/2022। ਅੱਜ ਦੀ ਡੇਟ ਦੇ ਵਿੱਚ ਵੀ ਉੱਥੇ ਫਸਲ ਬੀਜੀ ਜਾ ਰਹੀ, 2 ਟਰੈਕਟਰ, 2 ਇੱਕ ਬਿਲਕੁਲ ਲੰਡਰ ਬੰਦੇ ਜਿਨ੍ਹਾਂ ਦਾ ਕੁਝ ਲੈਣਾ ਦੇਣਾ ਨਹੀਂ ਹੈਗਾ। ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਜਿਨ੍ਹਾਂ ਦਾ 1 ਰੁਪਈਆ ਨਹੀਂ ਹੈਗਾ ਲੈਣ ਦੇਣ ਨੂੰ, ਉਹ ਬੰਦਿਆਂ ਦੇ ਮਗਰ ਕਿਹੜਾ ਨੈਕਸਸ ਆ, ਕਿਹੜਾ ਗਰੁੱਪ ਹੈ। ਸਾਨੂੰ ਸੁੰਦਕ ਤਾਂ ਮਿਲਦੀ ਹੈ, ਸੁੰਦਕ ਤਾਂ ਮਿਲ ਰਹੀ ਹੈ ਵੀ ਕੌਣ ਬੰਦਾ, ਪਰ ਸਾਨੂੰ ਸੁੰਦਕ ਇਹ ਮਿਲ ਰਹੀ ਆ, ਇੱਕ ਤਾਂ ਜਿਹੜੀ ਉੱਥੇ ਕਟਾਈ ਹੋ ਰਹੀ ਹੈ, ਮੱਕੀ ਦੀ ਕਟਾਈ ਹੋ ਰਹੀ ਹੈ ਇਸ ਟਾਈਮ, ਮੱਕੀ ਦੀ ਫਸਲ ਆ, ਜਿਹੜੀ ਮੱਕੀ ਦੀ ਕਟਾਈ ਆ ਉਹ ਫਸਲ ਟਰਾਲੀਆਂ ਭਰ ਕੇ ਇੱਕ ਲੁਧਿਆਣੇ ਦੇ ਵਿੱਚ ਲੀਡਰ ਆ ਜਿਹੜਾ ਕਿ ਇਸ ਕਾਂਗਰਸ ਦੇ ਵਿੱਚੋਂ ਸ਼ਿਫਟ ਹੋ ਕੇ ਇਧਰ ਆਪਣੇ ਵਿੱਚ ਆਇਆ ਵਾ, ਆਮ ਆਦਮੀ ਪਾਰਟੀ ਦੇ ਵਿੱਚ, ਜੱਸੀ ਖੰਗੂੜਾ ਨੂੰ ਕਹਿੰਦੇ ਆ, ਪਾਰਕ ਪਲਾਜ਼ਾ ਉਹਦਾ ਹੋਟਲ ਕੋਈ ਦੱਸਦੇ ਆ ਸ਼ਾਇਦ, ਉਹਦਾ ਫਾਰਮ ਆ ਇੱਕ ਗਾਵਾਂ ਦਾ ਲਤਾਲੇ ਪਿੰਡ ਦੇ ਵਿੱਚ। ਉਹ ਲਤਾਲੇ ਪਿੰਡ ਦੇ ਵਿੱਚ ਮੱਕੀ ਦੀਆਂ ਟਰਾਲੀਆਂ ਜਿਹੜੀਆਂ ਭਰ ਕੇ ਰੋਜ਼ ਦੀਆਂ 20-20 25-25 ਟਰਾਲੀਆਂ ਜਿਹੜੀਆਂ ਉਹ ਜਾ ਰਹੀਆਂ ਵਾ। ਇਸ ਲਈ ਅਸੀਂ ਤਾਂ ਨਾ ਆਪਣੇ ਮੂੰਹ ਤੇ ਸਮਝ ਲਓ ਵੀ ਆਪ ਇੱਕ ਚਪੇੜ ਮਾਰਨ ਵਾਲੀ ਗੱਲ ਹੋ ਗਈ। ਜਿਹੜੇ ਅਸੀਂ ਵਰਕਰਾਂ ਨੂੰ, ਕਸਟਮਰਾਂ ਨੂੰ ਪਹਿਲਾਂ ਕਹਿੰਦੇ ਸੀ ਵੀ ਭਾਈ ਜਦੋਂ ਆਪਾਂ ਸਰਕਾਰ ਬਣਾਈ ਵੀ ਆਪਾਂ ਆਮ ਆਦਮੀ ਸਰਕਾਰ ਬਣਾਈਏ, ਆਮ ਆਦਮੀ ਦੀ ਸਰਕਾਰ ਬਣਾਈਏ, ਆਪਾਂ ਉਹਨਾਂ ਦੋਵਾਂ ਨੂੰ ਪਰਖ ਲਿਆ ਵਾ 70 ਸਾਲ, ਇਹਨਾਂ ਨੂੰ ਮੌਕਾ ਦੇਈਏ। ਅੱਜ ਉਹ ਸਾਡੇ ਮੂੰਹ ਤੇ ਚਪੇੜਾਂ ਮਾਰਦੇ ਲੋਕ, ਉਹ ਸਾਨੂੰ ਬੋਲਣ ਤੋਂ ਮਜਬੂਰ, ਕਹਿੰਦੇ ਲੈ ਲਿਆ ਸਵਾਦ ਹੁਣ ਤੁਸੀਂ।
ਤੇ ਵੀ ਸਾਨੂੰ ਲੋਕ ਕਹਿੰਦੇ ਵੀ ਆਮ ਆਦਮੀ ਕਹਿੰਦੇ ਵੀ ਤੁਹਾਨੂੰ ਇਨਸਾਫ ਦੇਵਾਂਗੇ, ਲੈ ਲਿਆ ਸਵਾਦ ਐਂ ਕਹਿੰਦੇ ਐਂ ਕਹਿ ਰਹੇ ਆ, ਬਿਲਕੁਲ ਬਿਲਕੁਲ ਐਂ ਕਿ ਸ਼ਰਮਸ਼ਾਰ ਹੋ ਰਿਹਾ ਸਾਨੂੰ। ਉਹ ਕਹਿੰਦੇ ਵੀ ਹੁਣ ਦੱਸੋ ਇਹ ਉਹਨਾਂ ਨਾਲੋਂ ਚੰਗੇ ਆ, ਕਿੰਨੇ ਕੁ ਚੰਗੇ ਨਿਕਲ ਗਿਆ। ਇਹ ਤਾਂ ਮਤਲਬ ਉਦੋਂ ਵੀ ਵੱਡੇ ਠੱਗ ਨਿਕਲੇ। ਇਹ ਗੱਲਾਂ ਸਾਨੂੰ ਸੁਣਨੀਆਂ ਪੈ ਰਹੀਆਂ ਵਾ। ਹੁਣ ਮਜਬੂਰੀ ਹੈ ਜੀ, ਅਸੀਂ ਅੱਜ ਤੋਂ 2-4 ਮਹੀਨੇ ਪਹਿਲਾਂ ਭਗਵੰਤ ਮਾਨ ਸਰਕਾਰ ਜਾਂ ਆਮ ਆਦਮੀ ਸਰਕਾਰ ਜਿੰਦਾਬਾਦ ਕਹਿੰਦੇ ਸੀਗੇ, ਜਿੰਦਾਬਾਦ ਦਾ ਨਾਰਾ ਲੈਂਦੇ ਸੀਗੇ। ਅੱਜ ਸਾਨੂੰ ਸ਼ਰਮ ਆਉਂਦੀ ਆ ਜਦੋਂ ਅਸੀਂ ਆਪਣੇ ਮੂੰਹ ਦੇ ਵਿੱਚੋਂ ਮੁਰਦਾਬਾਦ ਦਾ ਨਾਰਾ ਲਾਉਂਦੇ ਆ, ਤਾਂ ਲਾਉਣਾ ਪੈ ਰਿਹਾ ਮਜਬੂਰਨ। ਸਾਨੂੰ ਲੋਕ ਸਾਡੇ ਤੰਗ ਦੇ ਰਹੇ ਆ। ਉਹ ਕਹਿੰਦੇ ਦੱਸੋ ਇਹਨਾਂ ਦੀ ਸਰਕਾਰ ਕਰਦੀ ਕੀ ਪਈ ਆ। ਅੱਜ ਸਾਡੇ ਕੋਲ ਰਿਕਾਰਡਿੰਗਾਂ ਸਾਰਾ ਕੁਝ ਹੈਗਾ ਵਾ, ਜਿਹੜਾ ਕਿ ਉਹ ਟਰਾਲੀਆਂ ਭਰ ਕੇ ਉਹ ਆਉਂਦੀਆਂ ਵਾ। ਜਿਹੜੇ ਮਸ਼ੀਨ ਵਾਲੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਮੌਜੂਦ ਪਈ ਆ। ਉਹ ਬੰਦੇ ਨੇ ਕਿਹਾ ਕਿ ਜੱਸੀ ਖੰਗੂਰੇ ਦੇ ਫਾਰਮ ਤੇ ਜਾ ਰਹੀ ਆ, ਉਹਨੇ ਸਾਨੂੰ ਪੈਸੇ ਦੇਣੇ, ਉਹਨੇ ਸਾਨੂੰ ਲਾਇਆ ਹੈਗਾ ਜੀ। ਤੇ ਇਸ ਤਰ੍ਹਾਂ ਅਸੀਂ 2-3 ਵਾਰੀ ਜਾ ਕੇ ਉੱਥੋਂ ਮਸ਼ੀਨ ਵੀ ਰੋਕੀ ਆ, ਭਜਾਈ ਵੀ ਆ। ਤੇ ਅੱਜ ਫੇਰ ਉੱਥੇ ਜਦੋਂ ਜਾਂਦੇ ਆ ਤੇ ਸਾਨੂੰ ਪੁਲਿਸ ਉੱਥੇ ਜਾਣ ਤੋਂ ਰੋਕਦੀ ਆ। ਇਸ ਲਈ ਅਸੀਂ ਆਸ ਕਰਦੇ ਹਾਂ ਕਿ ਸਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਡੀ ਆਵਾਜ਼ ਪਹੁੰਚ ਜਾਵੇ। ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪੀੜਤ ਲੋਕਾਂ ਨੂੰ ਬੇਨਤੀ ਕਰਦਾ ਕਿ ਸ਼ੇਅਰ ਕਰੋ, ਤਾਂ ਕਿ ਭਗਵੰਤ ਮਾਨ ਦੇ ਚੈਨਲ ਤੱਕ ਉੱਥੋਂ ਤੱਕ ਪਹੁੰਚ ਸਕੇ, ਤਾਂ ਕਿ ਸਾਡੀ ਕੋਈ ਸੁਣਵਾਈ ਹੋ ਸਕੇ। ਜੇ ਨਹੀਂ ਸੁਣਵਾਈ ਹੋਊਗੀ ਫਿਰ ਅਸੀਂ ਸਮਝਾਂਗੇ ਉਹਨਾਂ ਦੇ ਵਿੱਚ ਕਾਂਗਰਸ, ਅਕਾਲੀਆਂ ਜਾਂ ਕੈਪਟਨ ਅਮਰਿੰਦਰ ਜਾਂ ਬਾਦਲਾਂ ਦੇ ਵਿੱਚ ਤੇ ਭਗਵੰਤ ਮਾਨ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਬਲਕਿ ਉਹਨਾਂ ਨਾਲੋਂ ਅੱਗੇ ਹੀ ਆ। ਕਿਉਂਕਿ ਜੇ ਚਹੇਤੇ ਹੀ ਇਹਨਾਂ ਨੇ ਪਾਲਣੇ ਆ ਤੇ ਫਿਰ ਸਾਨੂੰ ਲੋਕਾਂ ਨੂੰ ਐਵੇਂ ਗਮਰਾਹ ਕਿਉਂ ਕੀਤਾ ਗਿਆ, ਲੋਲੀਪੌਪ ਕਿਉਂ ਦਿੱਤਾ ਗਿਆ। ਮਨਦੀਪ ਜੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ, ਪਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਇਹੀ ਨਾਅਰਾ ਦਿੱਤਾ ਸੀ ਕਿ ਵੀ ਲੋਕਾਂ ਨੂੰ ਕੋਰਟ ਕਚਹਿਰੀਆਂ ਜਾਂ ਪੁਲਿਸ ਦੇ ਧੱਕੇ ਨਹੀਂ ਖਾਣੇ ਪੈਣਗੇ। ਅੱਜ ਤੁਸੀਂ ਲਗਾਤਾਰ ਧੁੱਪੇ ਆਉਣੇ ਹੋ, ਗਰਮੀ ਦਾ ਮਹੀਨਾ ਚੱਲ ਰਿਹਾ ਤੇ ਧੁੱਪ ਦੇ ਵਿੱਚ ਸੜਦੇ ਹੋ, ਕੋਰਟਾਂ 'ਚ ਵੀ ਜਾਂਦੇ ਹੋ, ਥਾਣੇ ਧੱਕੇ ਵੀ ਖਾ ਰਹੇ ਹੋ। ਤੁਹਾਨੂੰ ਕੀ ਲੱਗਦਾ ਵੀ ਕੀ ਬਦਲਾਅ ਆਇਆ ਵਾ? ਜੇ ਬਦਲਾਅ ਦੀ ਗੱਲ ਕੀਤੀ ਗਈ ਸੀ ਆਮ ਆਦਮੀ ਵੱਲੋਂ, ਅੱਜ ਉਹਨਾਂ ਦੇ ਹੀ ਬੰਦੇ ਪਰਲ ਕੰਪਨੀ ਜ਼ਮੀਨਾਂ 'ਤੇ ਕਬਜ਼ਾ ਕਰਕੇ ਬੈਠੇ ਨੇ ਤੁਹਾਡੇ ਦੱਸਣ ਦੇ ਮੁਤਾਬਕ। ਤੁਸੀਂ ਕਿਵੇਂ ਦੇਖਦੇ ਹੋ ਵੀ ਕਿੰਨਾ ਕੁ ਬਦਲਾਅ ਆ ਗਿਆ ਇਹ ਚੀਜ਼? ਬਦਲਾਅ ਇੱਕ ਤਾਂ ਇਹ ਹੁੰਦਾ ਬਦਲਾਅ ਵੀ ਜ਼ਿਆਦਾ ਟਾਈਮ ਲੱਗਦਾ। ਅੱਜ ਲੀਡਰ ਬਦਲੀ ਹੋਏ ਆ। ਜੋ ਪ੍ਰਸ਼ਾਸਨ ਹੈ, ਜੋ ਗੁੰਡਾਗਰਦੀ, ਉਹ ਮਾਫੀਆ, ਭੂ ਮਾਫੀਆ, ਨਸ਼ਾ ਮਾਫੀਆ, ਠੀਕ ਆ, ਇਹ ਜੋ ਸਾਰਾ ਉਵੇਂ ਦਾ ਉਵੇਂ ਚੱਲ ਰਿਹਾ। ਉਹਨਾਂ ਦੀ ਸੈਟਿੰਗ ਬਦਲੀ ਹੋ ਗਈ। ਪਹਿਲਾਂ ਵਾਲੇ ਲੀੜਾ ਛੱਡ ਕੇ ਦੂਜੇ ਨੂੰ ਚੱਕ ਕੇ ਪਾ ਲਿਆ। ਪਹਿਲਾਂ ਵੀ ਉੱਥੇ ਕਾਂਗਰਸ ਦਾ ਕਬਜ਼ਾ ਸੀਗਾ, ਹੁਣ ਵੀ ਕਾਂਗਰਸ ਤੋਂ ਆਏ ਲੀਡਰਾਂ ਦਾ ਕਬਜ਼ਾ ਵਾ। ਠੀਕ ਹੈ, ਮੰਨਦੇ ਵੀ ਕਾਂਗਰਸ ਦੇ ਲੀਡਰ ਉੱਧਰ ਚਲੇ ਗਏ, ਹੁਣ ਜੋ ਉੱਥੇ ਚੱਲ ਰਿਹਾ ਕਾਂਗਰਸ 'ਚ ਉਹੀ ਹੁਣ ਚੱਲਣਾ, ਉਹੀ ਸੇਮ ਉਹੀ ਚੱਲ ਰਿਹਾ। ਉਹ ਦੱਸ ਕੇ ਗਏ ਆ, ਉਹ ਦੱਸ ਕੇ ਗਏ, ਸਾਰੀ ਟੀਮ ਸੰਭਾਲ ਕੇ ਗਏ ਆ ਵੀ ਕਿਹੜੀ ਟੀਮ ਕਿੱਥੇ ਕੰਮ ਕਰਦੀ। ਉਹ ਸਾਰੀਆਂ ਟੀਮਾਂ ਬਣੀਆਂ ਇਹਨਾਂ ਕੋਲੇ ਮਿਲ ਗਈਆਂ। ਹੁਣ ਸਰਕਾਰ ਉੱਤੇ ਕਹਿ ਰਹੀ ਸਾਨੂੰ ਟਾਈਮ ਦਿਓ। ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਵੀ ਇਸ ਕੰਮ ਵਾਸਤੇ ਵੀ ਟਾਈਮ ਚਾਹੀਦਾ ਤੁਹਾਨੂੰ। ਜਿੱਥੇ ਲੁੱਟ ਹੋ ਰਹੀ ਆ, ਸ਼ਰੇਆਮ ਫਸਲ ਬੀਜੀ ਜਾਂਦੀ, ਵੱਢੀ ਜਾਂਦੀ, ਇਹਦੇ ਵਾਸਤੇ ਕੀ ਟਾਈਮ ਚਾਹੀਦਾ? ਇਹਦੇ ਵਾਸਤੇ ਜੇ ਇਮਾਨਦਾਰੀ ਨਾਲ ਇੱਕ ਹੁਕਮ ਕੀਤਾ ਜਾਵੇ, ਪ੍ਰਸ਼ਾਸਨ ਨੂੰ ਦੱਸਿਆ ਜਾਵੇ, ਉਹਦੀ ਇਨਕੁਆਇਰੀ ਕੀਤੀ ਜਾਵੇ। ਅਸੀਂ ਵੀਡੀਓ ਬਣਾ ਕੇ ਵਾਰ ਸਪਸ਼ਟ ਪੂਰਾ ਦੱਸ ਚੁੱਕੇ ਹਾਂ, ਵੀਡੀਓ ਦੇ ਵਿੱਚ ਵੀ ਰਿਕਾਰਡਿੰਗਾਂ ਆ ਚੁੱਕੀਆਂ, ਪਰ ਪ੍ਰਸ਼ਾਸਨ ਕਾਹਤੋਂ ਨਹੀਂ ਇਨਕੁਆਇਰੀ ਕਰਦਾ? ਉਹਦੇ ਪਿੱਛੇ ਪੋਲੀਟੀਕਲ ਦਾ ਕਿਹਦਾ ਹੱਥ ਹੈ, ਕਿਹੜੇ ਬੰਦੇ ਦੇ ਪਿੱਛੇ ਆ? ਇਹ ਪੁੱਛਣ ਵਾਲੀ ਗੱਲ ਆ। ਇਹ ਸ਼ਰੇਆਮ ਲੋਕਾਂ ਨੂੰ ਪਤਾ ਕਿੱਥੇ ਮੱਕੀ ਗਈ, ਕਿਹਨੇ ਬੀਜੀ, ਕਿਹਨੇ ਬਜਾਈ। ਪਰ ਹੁਣ ਉੱਥੇ ਆ ਵੀ ਅਸੀਂ ਇਹੀ ਵਾਰ-ਵਾਰ ਕਹਿੰਦੇ ਵੀ ਇਸ ਚੀਜ਼ ਦੀ ਸਰਕਾਰ ਆਪ ਇਨਕੁਆਇਰੀ ਕਰਕੇ ਸਾਨੂੰ ਗੁਨਾਹਗਾਰ ਸਾਬਤ ਕਰ ਦੇਵੇ। ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਕੋਈ ਇਨਕੁਆਇਰੀ ਤਾਂ ਕਰੇ, ਸਾਡੇ ਬਾਰੇ ਇਨਕੁਆਇਰੀ ਕਰ ਲਵੇ, ਜਾਂ ਜਿਹੜੇ ਬੰਦਿਆਂ ਨੇ ਉੱਥੇ ਉਹ ਫਸਲ ਤੇ ਕਬਜ਼ਾ ਕੀਤਾ ਉਹਨਾਂ ਬਾਰੇ ਇਨਕੁਆਇਰੀ ਕਰਕੇ ਕਿਉਂ ਨਹੀਂ ਕਾਰਵਾਈ ਹੁੰਦੀ? 83 ਕਿੱਲੇ ਫਸਲ ਉੱਤੇ ਬੀਜੀ ਹੋਈ ਆ, 70 ਕਿੱਲੇ ਮੱਕੀ ਦੇ ਆ, ਜਿਨ੍ਹਾਂ 'ਚ 35 ਕਿੱਲੇ ਮੱਕੀ ਵੱਢੀ ਗਈ ਆ, 35 ਕਿੱਲੇ ਮੱਕੀ ਖੜੀ ਆ। ਆਹ ਕਸਟਮਰਾਂ ਜਾ ਕੇ ਉੱਥੇ ਮਸ਼ੀਨਾਂ ਰੋਕੀਆਂ, ਜਿਹੜਾ ਕਿ ਪ੍ਰਸ਼ਾਸਨ ਦਾ ਕੰਮ ਆ। ਜਿਹੜਾ ਪ੍ਰਸ਼ਾਸਨ ਦਾ ਕੰਮ ਉਹ ਲੋਕ ਕਰ ਰਹੇ ਆ। ਜਿਹੜੀ ਉਹ ਜ਼ਮੀਨ ਆ, ਤੁਸੀਂ ਕੀ ਚਾਹੁੰਦੇ ਹੋ ਜ਼ਮੀਨ ਦੇ ਉੱਤੇ ਵੀ ਕੀ ਹੋਣਾ ਚਾਹੀਦਾ? ਸਰਕਾਰ ਨੂੰ ਆਖਰ ਕੀ ਕਰਨਾ ਚਾਹੀਦਾ ਉਹ ਜ਼ਮੀਨ ਦਾ? ਕਿਉਂਕਿ ਪਹਿਲਾਂ ਸਰਕਾਰ ਕਹਿੰਦੀ ਮੈਂ ਜ਼ਮੀਨਾਂ ਵਿੱਚ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕਰਨਗੇ, ਪਰ ਅੱਜ ਤਾਂ ਖੇਤੀ ਹੋ ਰਹੀ ਆ ਉੱਤੇ। ਉਹ ਖੇਤੀ ਅਕਸਰ ਉਹ ਪੈਸਾ ਤੁਸੀਂ ਕੀ ਚਾਹੁੰਦੇ, ਕਿੱਥੇ ਜਾਣਾ ਚਾਹੀਦਾ? ਅਸੀਂ ਕਹਿੰਦੇ ਜਿਹੜੀ ਖੇਤੀ ਹੋ ਰਹੀ ਉਹਦਾ ਪਿਛਲਾ ਹਿਸਾਬ ਤਾਂ ਸਾਰਾ ਸਰਕਾਰੀ ਖਜ਼ਾਨੇ ਪੈਸਾ ਜਮ੍ਹਾਂ ਕਰਾਇਆ ਜਾਵੇ। ਜਿਹੜੇ ਬੰਦਿਆਂ ਨੇ ਉੱਥੇ ਆਹ ਕੰਮ ਕੀਤੇ ਆ ਉਹਨਾਂ ਨੇ ਬਣਦੀ ਕਾਰਵਾਈ ਕੀਤੀ ਜਾਵੇ। ਆਉਣ ਵਾਲੇ ਸਮੇਂ 'ਚ ਅਸੀਂ ਪਹਿਲਾਂ ਵੀ ਇਹ ਜ਼ਮੀਨ ਖਾਲੀ ਕਰਾ ਚੁੱਕੇ ਹਾਂ। ਬਕਾਇਦਾ DIG ਹਰਦਿਆਲ ਸਿੰਘ ਮਾਨ ਦੀ ਸਿੱਟ ਬਣੀ ਸੀ, ਉਹਨਾਂ ਨੇ ਜਿੰਨੀਆਂ ਪਰਲ ਦੀਆਂ ਜ਼ਮੀਨਾਂ ਦੀ ਵੈਰੀਫਾਈ ਕੀਤਾ, ਉਹ ਜ਼ਮੀਨਾਂ ਖਾਲੀ ਕਰਾ ਕੇ ਬੋਰਡ ਲਾਏ ਸੀ ਉੱਥੇ ਵੀ ਇਹ ਜ਼ਮੀਨ ਵੇਚਣ ਯੋਗ ਹੈ। ਪਰ ਬੋਰਡ ਪੱਟ ਕੇ ਪੋਲੀਟੀਕਲ ਲੋਕਾਂ ਦੀ ਸਹਿ 'ਤੇ ਉਹਨਾਂ ਬੰਦਿਆਂ ਨੇ ਬੋਰਡ ਪੱਟ ਕੇ ਭੂ ਮਾਫੀਆ ਨੇ ਪਰੇ ਸੁੱਟ ਦਿੱਤੇ। ਉੱਥੇ ਲਗਾਤਾਰ ਆਪਦੀ ਇਨਕਮ ਵੰਡੀ ਚੱਲ ਰਹੀ ਆ। ਜੋ ਕੁਝ ਪੈਦਾਵਾਰ ਹੋ ਰਹੀ ਆ ਰਲ ਮਿਲ ਕੇ ਸਭ ਚੱਲ ਰਿਹਾ ਸ਼ਰੇਆਮ। ਇਹ ਪ੍ਰਸ਼ਾਸਨ ਨੂੰ ਵੀ ਪਤਾ ਤੇ ਪੋਲੀਟੀਕਲ ਪਾਰਟੀਆਂ ਜੋ ਕਰ ਰਹੀਆਂ ਉਹਨਾਂ ਨੂੰ ਵੀ ਪਤਾ ਤੇ ਕਸਟਮਰਾਂ ਨੂੰ ਵੀ ਪਤਾ, ਪਰ ਗੱਲ ਇਹ ਆ ਇਹਦੀ ਇਨਕੁਆਇਰੀ ਕੋਈ ਨਹੀਂ ਕਰ ਰਿਹਾ। ਹੁਣ ਜੇ ਤੁਹਾਡੀ ਨਹੀਂ ਸੁਣੀ ਜਾਂਦੀ ਤਾਂ ਆਉਣ ਵਾਲੇ ਸਮੇਂ 'ਤੇ ਕੋਈ ਸੰਘਰਸ਼ ਵਿੱਢੋਗੇ ਜਾਂ ਕੀ ਕਰੋਗੇ ਤੁਸੀਂ? ਆਉਣ ਵਾਲੇ ਸਮੇਂ ਤੁਹਾਡਾ ਕੀ ਕਦਮ ਹੋਏਗਾ? ਅਸੀਂ ਪੂਰੀ ਜੋ ਸਾਡੀ ਜੋ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਉਹਨਾਂ ਨਾਲ ਮੀਟਿੰਗਾਂ ਹੋ ਰਹੀਆਂ ਲਗਾਤਾਰ।
ਅਸੀਂ ਅੱਜ ਵੀ ਇਹੀ ਬੇਨਤੀ ਕਰਦੇ ਹਾਂ, ਸਾਨੂੰ ਆਪਦੇ ਹੱਥੀਂ ਆਪਦਿਆਂ ਨੂੰ ਮੁਰਦਾਬਾਦ ਕਹਿਣਾ ਪੈ ਰਿਹਾ। ਪਰ ਸਰਕਾਰ ਨੂੰ ਇਹ ਸਾਨੂੰ ਅਜੇ ਵੀ ਵਿਸ਼ਵਾਸ ਆ, ਜੋ ਕੰਮ ਸਾਨੂੰ ਦੱਸਿਆ ਗਿਆ ਕਰਾਂਗੇ। ਅਸੀਂ ਫਿਰ ਵੀ ਕੁਛ ਚਿਰ ਇੰਤਜ਼ਾਰ ਕਰ ਰਹੇ ਹਾਂ ਵੀ ਸ਼ਾਇਦ ਪ੍ਰਸ਼ਾਸਨ ਦੀ ਘਾਟ ਹੋਵੇ, ਇਹਨਾਂ ਕੋਲੇ ਬੰਦਿਆਂ ਦੀ ਘਾਟ ਹੋਵੇ ਵੀ ਇਹ ਇਨਕੁਆਇਰੀ ਨਹੀਂ ਹੋ ਰਹੀ। ਪਰ ਕੋਈ ਜ਼ਿਆਦਾ ਵੱਡੀ ਗੱਲ ਨਹੀਂ, ਜੋ ਸ਼ਰੇਆਮ ਚੱਲ ਰਹੀ ਆ ਉਹਦੀ ਇਨਕੁਆਇਰੀ ਸਾਰਿਆਂ ਨੂੰ ਪਤਾ ਵਾ। ਪਰ ਜੇ ਉਹ ਮੂੰਹ ਖਵਾਵੇ ਤੇ ਅੱਖਾਂ ਸ਼ਰਮਾਉਣ ਵਾਲੀ ਗੱਲ ਹੋਈ ਆ। ਜੇ ਤਾਜ ਵੱਡੇ ਹੋਟਲਾਂ 'ਚ ਆ ਕੇ ਰਾਤਾਂ ਕੱਟਣੀਆਂ ਤੇ ਆਪਾਂ ਕਵਾਂ ਕਿਉਂ ਉਹਨੂੰ? ਜੇ ਆਪਾਂ ਵੱਡੇ ਹੋਟਲਾਂ 'ਚ ਆ ਕੇ ਮੌਜ ਮਸਤੀਆਂ ਕਰਨੀਆਂ ਤੇ ਆਪਾਂ ਉਹ ਕਿਵੇਂ ਕਹਿ ਸਕਦੇ ਹੋ ਮਾਲਕ ਨੂੰ? ਇਹ ਅਸੀਂ ਲੋਕ ਆ ਜਿਹੜੇ ਤੜਫੇ ਪਏ ਆ, ਸਾਡਾ ਆਮ ਗਰੀਬਾਂ ਲੋਕਾਂ ਦਾ ਪੈਸਾ ਫਸਿਆ, ਜਿਨ੍ਹਾਂ ਨੇ ਬੱਚਿਆਂ ਦਾ ਕੈਰੀਅਰ ਖਤਮ ਹੋ ਗਿਆ, ਉਹਨਾਂ ਦੇ ਆਪ ਦਾ ਲਾਈਫ ਦਾ ਕੈਰੀਅਰ ਖਤਮ ਹੋ ਗਿਆ। ਉਹਨਾਂ ਨੂੰ ਕੋਈ ਰਹਿਣ ਵਾਸਤੇ ਜੋ ਉਹਨਾਂ ਨੇ ਸੋਚਿਆ ਸੀ ਉਹ ਨਹੀਂ ਮਕਾਨ ਨਹੀਂ ਬਣਾ ਪਾ ਰਹੇ। ਇਸ ਵਾਸਤੇ ਜੋ ਸਾਡਾ ਪੈਸਾ ਬਲੌਕ ਆ, ਕੋਈ ਸਰਕਾਰ ਤੇ ਦਬਾਅ ਨਹੀਂ, ਕੋਈ ਇਸ ਨੌਕਰੀ ਨਹੀਂ ਮੰਗਦੇ, ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰੀ ਖਜ਼ਾਨੇ ਤੇ ਬੋਝ ਹੈ। ਇਹ ਸਾਡੇ ਦੋਨੋਂ ਇੱਕ ਕੰਪਨੀ ਦੇ ਕਸਟਮਰਾਂ ਦਾ ਆਪਦਾ ਕੰਮ ਹੈ। ਕੰਪਨੀ ਦੇ ਬੰਦਿਆਂ ਨੂੰ ਫੜ ਕੇ ਪਾਸੇ ਕੀਤਾ ਹੋਇਆ, ਕਸਟਮਰਾਂ ਨੂੰ ਅੱਡ ਪਾਸੇ ਕਰਤਾ, ਵਿਚਾਲੇ ਤੀਜੇ ਬੰਦੇ ਬਾਂਦਰ ਬਿੱਲੀਆਂ ਦੀ ਲੜਾਈ 'ਚ ਬੈਠਾ। ਲੜਾਈ ਸਾਡੀ ਕੋਈ ਨਹੀਂ ਹੈ ਕਿ ਸਾਡਾ ਪੈਸਾ ਹੈ ਸੇਫ ਆ, ਜਿੰਨੀ ਜ਼ਮੀਨ ਪਈ ਆ, ਜਿੰਨੀ ਵਾਜਬ ਰੇਟ ਤੇ ਵੇਚ ਕੇ ਲੋਕਾਂ ਨੂੰ ਸਹੀ ਸਲਾਮਤ ਪੈਸਾ ਵਿਆਜ ਸਮੇਤ ਦਿੱਤਾ ਜਾ ਸਕਦਾ, ਜੋ ਪੰਜਾਬ ਦੇ ਵਿੱਚ ਜਿੰਨੀ ਜ਼ਮੀਨ ਪਈ ਆ। ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਵੀ ਇਸ ਦਾ ਸਰਕਾਰੀ ਖਜ਼ਾਨੇ ਤੇ ਕੋਈ ਬੋਝ ਨਹੀਂ ਹੋ ਸਕਦਾ। ਸਰਕਾਰੀ ਖਜ਼ਾਨੇ 'ਚ ਪੈਸਾ ਇਹਦੇ ਵਿੱਚੋਂ ਬਚਦਾ ਜਮ੍ਹਾਂ ਹੋ ਜੇ, ਪਰ ਇਹ ਕਾਰਵਾਈ ਕਾਹਤੋਂ ਨਹੀਂ ਕੀਤੀ ਜਾਂਦੀ? ਇਹਨੂੰ ਕਿਉਂ ਮੁੱਦਾ ਬਣਾ ਕੇ ਰੱਖਿਆ ਹੋਇਆ, ਜਿਵੇਂ SYL ਦਾ ਮੁੱਦਾ ਬਣਾ ਕੇ ਰੱਖ ਛੱਡਿਆ? ਸਾਡੇ ਪਰਲ ਪੀੜਤਾਂ ਦਾ ਵੀ ਇਹ ਵੋਟਾਂ ਲੈਣ ਵਾਸਤੇ ਇੱਕ ਮੁੱਦਾ ਬਣ ਗਿਆ। ਸਾਨੂੰ ਜੋ ਸਮਝ ਆ ਰਹੀ ਹੈ ਹੁਣ ਵੀ ਇਹਨਾਂ ਲੋਕਾਂ ਨੂੰ ਹੁਣ ਹੋਰ ਪਾਰਟੀ ਆਖੂਗੀ ਤੁਹਾਨੂੰ ਜਿਤਾਵਾਂਗੇ, ਸਾਨੂੰ ਵੋਟਾਂ ਪਾਓ, ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਅਸੀਂ ਇੰਤਜ਼ਾਰ ਕਰ ਰਹੇ ਹਾਂ ਸਰਕਾਰ ਤੋਂ, ਪ੍ਰਸ਼ਾਸਨ ਤੋਂ, ਕਿੱਦੇ ਉਹ ਫੈਸਲਾ ਕਰਕੇ ਲੋਕਾਂ ਦੇ ਸਾਹਮਣੇ ਉਜਾਗਰ ਕਰਦੇ ਆ ਵੀ ਅਸੀਂ ਆਹ ਕੰਮ ਕੀਤਾ। ਸੋ ਇਹ ਸਨ ਪਰਲ ਕੰਪਨੀ ਦੇ ਨਿਵੇਸ਼ਕ, ਜਿਨ੍ਹਾਂ ਨੇ ਕਿਹਾ ਕਿ ਵੀ ਅਸੀਂ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਸਾਡੇ ਨਾਲ ਦਗਾ ਕਮਾਇਆ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਭੱਜ ਗਏ, ਅੱਜ ਉਹ ਵੀ ਸਾਡੀ ਸਾਰ ਨਹੀਂ ਲੈ ਰਹੇ। ਉੱਥੇ ਪਰਲ ਕੰਪਨੀ ਦੇ ਨਿਵੇਸ਼ਕ ਹਰ ਰੋਜ਼ ਧੱਕੇ ਖਾ ਰਹੇ ਨੇ। ਲੀਡਰ ਆਉਂਦੇ ਨੇ, ਵਾਅਦੇ ਕਰਕੇ ਚਲੇ ਜਾਂਦੇ ਨੇ ਕਿ ਇਨਸਾਫ ਦਿਵਾਵਾਂਗੇ, ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਹੀ ਮੁੱਖ ਮੋੜ ਦਿੰਦੇ ਨੇ। ਅੱਜ ਇਹ ਦਰ ਤੜਫਦੇ, ਧੱਕੇ ਖਾਂਦੇ, ਕਦੇ ਥਾਣਿਆਂ 'ਚ ਧੱਕੇ ਖਾਂਦੇ ਨੇ, ਕਿਤੇ ਕਚਹਿਰੀਆਂ ਧੱਕੇ ਖਾਂਦੇ ਨੇ, ਆਪਣਾ ਪੈਸਾ ਲੈਣ ਦੀ ਖਾਤਰ ਦਰ ਭੜਕ ਰਹੇ ਨੇ। ਇਹਨਾਂ ਦਾ ਦਰਦ ਕੌਣ ਸੁਣੇਗਾ? ਇਹਨਾਂ ਨੂੰ ਹੁਣ ਦਰਦ ਦੇ ਮਲਮ ਕੌਣ ਲਾਵੇਗਾ? ਕੀ ਇਹ ਸਰਕਾਰਾਂ ਆਉਂਦੀਆਂ ਇਸ ਤਰ੍ਹਾਂ ਲਾਰਿਆਂ ਦੇ ਵਿੱਚ ਲੈ ਕੇ ਜਾਂਦੀਆਂ ਰਹਿਣਗੀਆਂ ਜਾਂ ਇਨਸਾਫ ਵੀ ਦੇਣਗੀਆਂ? ਕੀ ਸਿਰਫ ਵੋਟਾਂ ਦਾ ਹੀ ਮਸਲਾ ਰਹਿ ਜਾਏਗਾ ਪਰਲ ਕੰਪਨੀ ਦਾ, ਜਾਂ ਇਹਨਾਂ ਨੂੰ ਇਨਸਾਫ ਵੀ ਮਿਲੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖਦੇ ਰਹੋ ਪ੍ਰਾਈਮ ਉਦੇ, ਜਸਵਿੰਦਰ ਸਿੰਘ ਡਾਂਗੀਆਂ ਦੇ ਨਾਲ।